नमस्कार। फटाफट देखने वाले सारे दर्शकों का स्वागत। मैं हाँ परविंदर। देश दुनिया विच की कुछ है खास बिजनेस बॉलीवुड ਅਤੇ ਕਰਾਂਗੇ ਖੇਡ ਜਗਤ ਦੀ ਗੱਲ। शुरुआत ਕਰਾਂਗੇ ਸੂਬਾਈ ਖਬਰਾਂ ਨਾਲ। गढ़शंकर चंडीगढ़ रोड ਤੇ ਹਾਦਸਾ ਵਾਪਰਿਆ। ਇੱਥੇ ਇੱਕ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗਣੀਮਤ ਇਹ ਕਿ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਸੈਰ ਕਰ ਰਹੀ ਔਰਤ ਨੂੰ ਬਚਾਉਣ ਵੇਲੇ ਬੱਸ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਡਰਾਈਵਰ ਡਿਵਾਈਡਰ ਤੇ ਚੜ੍ਹ ਚੜੀ, ਜਿਸ ਦੌਰਾਨ ਬੱਸ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ। ਪਿੰਡ ਬ੍ਰਾਹਮਣ ਮਾਜਰਾ ਤੋਂ ਜਿੱਥੇ ਕਿ ਇੱਕ ਨੌਜਵਾਨ ਦੀ ਰੇਲ ਇੰਜਨ ਦੇ ਲਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਇਸ ਨੌਜਵਾਨ ਨੇ ਆਪਣੇ ਕੰਨਾਂ ਨੂੰ ਹੈੱਡਫੋਨ ਲਗਾਏ ਹੋਏ ਸਨ, ਜਿਸ ਕਾਰਨ ਇਸ ਨੂੰ ਇੰਜਨ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਅਤੇ ਉਹ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ, ਜਿਹੜਾ ਘਰੋਂ ਬਾਜ਼ਾਰ ਕੁਝ ਖਰੀਦਣ ਦੇ ਲਈ ਗਿਆ ਸੀ ਅਤੇ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਨੂੰ ਹਵਾਲੇ ਕਰ ਦਿੱਤਾ। ਤੇ ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ। 14 ਸਾਲਾ ਨਾਬਾਲਗ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਕਿ ਬੱਚੀ ਦੇ ਪੇਟ ਦੇ ਵਿੱਚ ਦਰਦ ਉੱਠਣ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕਿ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਧਰ ਪੀੜਤਾ ਨੇ ਦੱਸਿਆ ਕਿ ਜਿਸ ਘਰ ਦੇ ਵਿੱਚ ਉਹ ਕੰਮ ਕਰਦੀ ਸੀ, ਉੱਥੇ ਰਹਿੰਦੇ ਲੜਕੇ ਨੇ ਉਸ ਦੇ ਨਾਲ ਘਿਨੌਣੀ ਵਾਰਦਾਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ Z+ ਸੁਰੱਖਿਆ ਨੂੰ ਹਟਾ ਲਿਆ ਗਿਆ। ਇਹ ਸਿਕਿਉਰਿਟੀ ਬਿਕਰਮ ਸਿੰਘ ਮਜੀਠੀਆ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪ੍ਰਦਾਨ ਕੀਤੀ ਗਈ ਸੀ। ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਮਜੀਠੀਆ ਨੂੰ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਤੇ ਹੁਣ ਜਾਣਕਾਰੀ ਸਾਹਮਣੇ ਆਈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਬਿਕਰਮ ਮਜੀਠੀਆ ਦੀ ਥ੍ਰੈਟ ਪਰਸੈਪਸ਼ਨ ਦੇ ਰਿਵਿਊ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਹਾਲਾਂਕਿ ਰਾਜਨੀਤਿਕ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਤੋਂ ਹੀ ਚੱਲ ਰਹੀ ਤਲਖੀ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਤੇ ਅਗਲੀ ਖਬਰ ਪਦੌੜ ਤੋਂ, ਜਿੱਥੇ ਕਿ ਵੱਡਾ ਚੌਂਕ ਦੇ ਵਿੱਚ ਇੱਕ ਦੁਕਾਨ ਨੂੰ ਲੈ ਕੇ ਨਗਰ ਕੌਂਸਲ ਅਤੇ ਕਿਸਾਨ ਮਜ਼ਦੂਰ ਆਗੂ ਆਪਸ ਦੇ ਵਿੱਚ ਉਲਝ ਪਏ ਨੇ। ਮੇਰੀ ਜਾਣਕਾਰੀ ਦੇ ਮੁਤਾਬਕ ਨਗਰ ਕੌਂਸਲ ਦੀ ਦੁਕਾਨ 'ਚ 30 ਸਾਲਾਂ ਤੋਂ ਰੇਹੜੀਆਂ ਵਾਲੇ ਗਰਮੀ ਸਰਦੀ 'ਚ ਬੈਠਦੇ ਉੱਠਦੇ ਸਨ ਅਤੇ ਇਸ ਦੁਕਾਨ ਨੂੰ ਪਿਛਲੇ ਦਿਨੀ ਨਗਰ ਕੌਂਸਲ ਵੱਲੋਂ ਜਿੰਦਾ ਲਗਾ ਕੇ ਬੋਲੀ ਕਰਵਾਉਣ ਕਰਕੇ ਮਾਮਲਾ ਭਖ ਗਿਆ, ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਿਸਾਨ ਮਜ਼ਦੂਰ ਆਗੂਆਂ ਦੇ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ ਹੈ, ਜਿਸ ਉਪਰੰਤ ਕਿਸਾਨ ਮਜ਼ਦੂਰ ਆਗੂਆਂ ਨੇ ਦੁਕਾਨ ਦਾ ਜਿੰਦਾ ਤੋੜਨ ਦੀ ਧਮਕੀ ਦਿੱਤੀ ਹੈ। ਜਦੋਂ ਇਸ ਬਾਰੇ ਨਗਰ ਕੌਂਸਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਜਿਹੜੀ ਪੜਤਾਲ ਹੈ ਉਹ ਲਗਾਤਾਰ ਜਾਰੀ ਹੈ। ਖਬਰ ਦੀਨਾਨਗਰ ਤੋਂ, ਜਿੱਥੇ ਕਿ ਕੈਬਨਿਟ ਮੰਤਰੀ ਅਰੁਣਾ ਚੌਧਰੀ ਪਹੁੰਚੇ ਸਨ ਅਤੇ ਸ਼ਿਕਾਇਤ ਨਿਵਾਰਨ ਕੈਂਪ ਤੇ ਰਾਹੀਂ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਦਾ ਭਰੋਸਾ ਦਿੱਤਾ। ਅਰੁਣਾ ਚੌਧਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਸੈੱਲ ਸਥਾਪਿਤ ਕੀਤੇ ਗਏ ਨੇ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਤੇ ਜਲਾਲਾਬਾਦ ਦੇ ਵਿੱਚ ਵੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਧਰ ਦੂਜੇ ਪਾਸੇ ਗੱਲ ਜੇਕਰ ਬਠਿੰਡਾ ਦੀ ਕਰੀਏ ਤਾਂ ਇੱਥੇ ਵੀ ਕਿਸਾਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕਰ ਧਰਨਾ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨਾਂ ਵੱਲੋਂ ਸੜਕ ਤੇ ਬੈਠ ਕੇ ਹੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬਠਿੰਡਾ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ PIU ਤੋਂ ਪਹੁੰਚੇ ਖੇਤੀਬਾੜੀ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਸਲਾਹਕਾਰ ਕਮੇਟੀ ਦੀ ਅਹਿਮ ਬੈਠਕ ਹੋਈ। ਇਸ ਦੇ ਵਿੱਚ ਖੇਤੀ ਤੇ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਿਸਾਨਾਂ ਨੇ ਭਾਗ ਲਿਆ। ਗੁਰਦਾਸਪੁਰ ਦੇ ਵਿੱਚ ਐਕਸਾਈਜ਼ ਵਿਭਾਗ ਤੇ ਪੁਲਿਸ ਦੀ ਸਾਂਝੀ ਕਾਰਵਾਈ ਕਰਦੇ ਹੋਏ ਪਿੰਡ ਕੋਟਾ ਦੇ ਵਿੱਚ ਛਾਪੇਮਾਰੀ ਕਰਦੇ ਹੋਏ ਘਰ ਦੇ ਵਿੱਚੋਂ 12 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਪੁਲਿਸ ਮੁਤਾਬਕ ਉਹਨਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਬਹਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਹੈ। ਖਬਰ ਤਰਨਤਾਰਨ ਤੋਂ, ਜਿੱਥੇ ਕਿ ਮੁੱਖ ਮਾਰਗ ਤੇ ਚੌਂਕਾਂ ਨੂੰ ਬੰਦ ਕਰਵਾਉਣ ਦੇ ਰੋਸ ਵਜੋਂ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਦੇ ਮੁਤਾਬਕ ਮੁੱਖ ਮਾਰਗ ਬੰਦ ਕਰਨ ਨਾਲ ਉਹਨਾਂ ਦੇ ਗ੍ਰਾਹਕਾਂ ਦੀ ਆਮਦ ਘਟੀ ਹੈ। ਅੰਮ੍ਰਿਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਖ-ਵੱਖ ਵਿਭਾਗਾਂ ਦੇ
ਅਧਿਕਾਰੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਦੇ ਚੁਫੇਰੇ ਦਾ ਨਿਰੀਖਣ ਕੀਤਾ ਅਤੇ ਸਾਫ਼ ਸੁਥਰਾ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਾਰ ਪਾਰਕਿੰਗ, ਗਲੀਆਂ ਅਤੇ ਗਲਿਆਰਿਆਂ ਦਾ ਵੀ ਜਾਇਜ਼ਾ ਲਿਆ ਗਿਆ। ਮਲੋੜ ਦੇ ਵਿੱਚ ਖੇਤੀ ਅਧਿਕਾਰੀਆਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਦੇ ਵੱਲੋਂ ਪਿੰਡ ਵਾਸੀਆਂ ਦੀ ਸਰਾਹਨਾ ਕੀਤੀ ਗਈ। ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਅੱਗ ਲਗਾਈ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਪਠਾਨਕੋਟ ਦੇ ਵਿੱਚ ਹਿੰਦੂ ਕਾਰਪੋਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੇ ਵੱਲੋਂ ਬੈਂਕ ਦੇ ਘਾਟੇ ਦੇ ਵਿੱਚ ਜਾਣ ਦੇ ਨਾਲ ਵਿਧਾਇਕ ਤੇ ਕਰਤਾ ਖਰਾਬ ਕੀਤਾ। ਬੈਂਕ ਗ੍ਰਾਹਕਾਂ ਦੇ ਮੁਤਾਬਕ ਘੰਟੇ 'ਚ ਘਾਟੇ 'ਚ ਜਾਣ ਦੇ ਨਾਲ ਬੈਂਕ ਦੀ ਜਮ੍ਹਾਂ ਪੂੰਜੀ ਸਮੇਂ ਸਿਰ ਨਾ ਮਿਲਣ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। और दूजे पासे जदों इस बारे विधायक ने गलबात की गई तो उन्होंने कहा है कि नवे साल तक लोगों को बैंक के खुलण का भरोसा दिता गया। ਬਠਿੰਡਾ ਦੇ ਵਿੱਚ ਪਾਰਕ ਦੇ ਵਿੱਚ ਆਟਾ ਦਬਾਉਣ ਦੇ ਮਾਮਲੇ ਦੇ ਵਿੱਚ ਹੁਣ ਤੱਕ ਕਾਰਵਾਈ ਨਾ ਹੋਣ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। उधर आम आदमी पार्टी के आगुआं के मुताबिक जेकर जल्द तो जल्द कार्रवाई नहीं की गई तो उन्होंने वालों संघर्ष होर तेज किया जाएगा। ਗਿੱਦੜਬਾਹਾ 'ਚ ਇਲਾਕਾ ਵਾਸੀਆਂ ਵੱਲੋਂ ਮੁਸਤੈਦੀ ਦਿਖਾਉਂਦਿਆਂ ਮਹਿਲਾ ਦੀਆਂ ਵਾਲੀਆਂ ਖੋਹਣ ਵਾਲੇ ਲੁਟੇਰੇ ਨੂੰ ਗਲੀ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ। शंभू बॉर्डर धरने के सरपरस्त सत्र अदाकार दीप सिद्धू बठिंडा पहुंचे जिथे कि उन्होंने टीचर्स होम के विच दल खालसा के वलों पंजाब केंद्र खेतीबाड़ी मॉडल उसारण के लिए विचार चर्चा की। इस मौके उन्होंने खेती कानूनों ਨੂੰ ਲੈ ਕੇ ਕਿਸਾਨਾਂ ਤੇ ਕਿਸਾਨੀ ਹੋਣ ਦੇ ਲਈ ਇਹਨਾਂ ਨੂੰ ਖਤਰਾ ਦੱਸਿਆ ਤੇ ਸਾਰੇ ਵਰਗਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। फतेहगढ़ साहब के विच खालसा चैरिटेबल ट्रस्ट के वलों श्री गुरु ग्रंथ साहिब जी के सालाना गुरता गद्दी दिवस से श्री गुरु गोबिंद सिंह जी के ज्योति जोत दिवस को समर्पित 40वां सालाना गुरमती समागम करवाया गया। जैतू च घरेलू गैस सिलेंडर की सप्लाई करने वाली गड्डी में अचानक अग लग गई और काफ़ी मुशक्कत के नाल अग ते काबू पाया गया। बठिंडा के विच किसान जथेबंदियां वलों किसान सुविधा केंद्र का घिराव किया गया। इस मौके किसान आगुओं ने कहा कि कणक ਅਤੇ सब्जियां की फसल के लिए उन्होंने यूरिया खाद की जरूरत होंदी है पर किसान सुविधा केंद्र वालों उन्होंने पर्चियां नहीं दित्तियां जा रही। खबर जलालाबाद तो जिथे कि 6-7 लुटेरिया ने घर के दाखिल होकर नकदी और कार खो के उथों दी फरार हो गए। मेरी जानकारी के मुताबिक लुटेरिया के वालों घर च मौजूद औरतों की भी कुटमार की गई है। बहरहाल पुलिस मामले की पड़ताल कर रही है। खबर पटियाला तो जिथे कि अपनी मंगों को लैके कोरोना योद्धा के वलों मुख चौंक के विच रोस प्रदर्शन किया गया। इस मौके प्रदर्शनकारी ने कहा कि जब तक उन्होंने मंगां पूरियां नहीं होंदियां उदों तक उन्हों का धरना जारी रहेगा। गिद्दड़बाहा दे विच दलित औरत नाल हुई कुटमार के मामले के विच पीड़ित महिला ते उसके परिवार के वलों एससी कमीशन के मैंबरां नाल मुलाकात की गई। इस मौके एससी कमीशन के मैंबर ने कहा कि उन्होंने 3 मैंबरों की टीम ਨੂੰ परिवार ਨੂੰ ਮਿਲਣ ਦੇ ਲਈ ਭੇਜਿਆ ਗਿਆ ਅਤੇ ਜੋ ਉਹਨਾਂ ਦੇ ਨਾਲ ਬੇਇਨਸਾਫੀ ਹੋਈ ਹੈ ਉਸ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇਗੀ। ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। ਕੋਰੋਨਾ ਨਾਲ ਜੰਗ ਦੇ ਵਿੱਚ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦਾ ਤੀਸਰਾ ਟ੍ਰਾਇਲ ਸ਼ੁਰੂ ਹੋ ਗਿਆ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਉਹਨਾਂ ਵਲੰਟੀਅਰਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਦੇ ਉੱਪਰ ਇਸ ਵੈਕਸੀਨ ਦਾ ट्रायल हो रहा। ਤੀਜੇ ਪੜਾਅ ਦੇ ਵਿੱਚ ਲਗਭਗ 26,000 ਲੋਕਾਂ ਤੇ ਟ੍ਰਾਇਲ ਕੀਤਾ ਜਾਵੇਗਾ। ਨਿਲਵੇਚ ਨੂੰ ਅੰਬਾਲਾ ਕੈਂਟ ਸਥਿਤ ਨਾਗਰਿਕ ਹਸਪਤਾਲ ਦੇ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਸਰਕਾਰੀ ਤੇਲ ਕੰਪਨੀਆਂ ਦੇ ਵੱਲੋਂ 41ਵੇਂ ਦਿਨ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਡੀਜ਼ਲ ਦੀ ਕੀਮਤ ਦੇ ਵਿੱਚ 22 ਪੈਸੇ ਤੋਂ 25% ਤੱਕ ਦਾ ਇਜ਼ਾਫਾ ਹੋਇਆ। ਉੱਥੇ ਦੂਜੇ ਪਾਸੇ ਪੈਟਰੋਲ ਦੀ ਕੀਮਤ ਦੇ ਵਿੱਚ ਵੀ 17 ਤੋਂ 20 ਪੈਸੇ ਤੱਕ ਦਾ ਵਾਧਾ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ 'ਚ ਭਿਆਨਕ ਸੜਕ ਹਾਦਸੇ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਵਿਆਹ ਤੋਂ ਪਰਤ ਰਹੀ ਬਰਾਤ ਵਾਲੀ ਤੇਜ਼ ਰਫ਼ਤਾਰ ਬਲੈਰੋ ਖੜੇ ਟਰੱਕ ਦੇ ਹੇਠਾਂ ਜਾ ਵੜੀ। मौके पर पहुंची पुलिस ने हादसाग्रस्त बलैरो ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ। ਵਿਆਹ ਤੋਂ ਪਰਤ ਰਹੀ ਬਲੈਰੋ ਦੇ ਵਿੱਚ ਬੱਚਿਆਂ ਸਮੇਤ 14 ਲੋਕ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਸਵਾਰ ਸਾਰਿਆਂ ਦੀ ਮੌਕੇ ਤੇ ਮੌਤ ਹੋ ਗਈ। ਉਧਰ
ਵਿਆਹ ਵਾਲੇ ਘਰ ਦੇ ਵਿੱਚ ਵੀ ਹਾਦਸੇ ਤੋਂ ਬਾਅਦ ਮਾਤਮ ਪਸਰ ਗਿਆ। ਜੰਮੂ ਕਸ਼ਮੀਰ ਦੇ ਵਿੱਚ 2002 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅੱਤਵਾਦੀਆਂ ਦੇ ਨਾਲ ਲੜਨ ਦੌਰਾਨ ਸ਼ਹੀਦ CRPF ਦੇ ਜਵਾਨ ਦੀ ਪਤਨੀ ਨੂੰ 18 ਸਾਲ ਬਾਅਦ ਚੋਣ ਕਮਿਸ਼ਨ ਦੇ ਵੱਲੋਂ 20 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ। ਉਧਰ ਮੁਆਵਜ਼ਾ ਰਾਸ਼ੀ ਸਿਖਰ ਪੱਧਰ ਤੇ ਦਾਖਲ ਤੋਂ ਬਾਅਦ ਮਿਲੀ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਸ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਇੱਕ ਨਜ਼ਰ ਪਾ ਲੈਂਦੇ ਹਾਂ ਅੰਤਰਰਾਸ਼ਟਰੀ ਖਬਰਾਂ ਤੇ। ਜੌਨਸਨ ਐਂਡ ਜੌਨਸਨ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੰਪਨੀ ਨੇ ਜਾਤੀ ਅਸਮਾਨਤਾ ਨਾਲ ਨਜਿੱਠਣ ਦੇ ਲਈ $100 ਮਿਲੀਅਨ ਦੀ ਪਹਿਲਕਦਮੀ ਤਹਿਤ 5 ਸਾਲਾਂ ਦੇ ਅੰਦਰ ਕੰਪਨੀ ਦੇ ਵਿੱਚ ਗੈਰ ਗੋਰੇ ਕਾਮਿਆਂ ਦੀ ਗਿਣਤੀ 50% ਵਧਾਉਣ ਅਤੇ ਉੱਚ ਅਹੁਦੇ ਦੇਣ ਦੀ ਯੋਜਨਾ ਬਣਾਈ। ਵਿਸ਼ਵ ਦੀ ਸਭ ਤੋਂ ਵੱਡੀ ਇਸ ਸਿਹਤ ਕੰਪਨੀ ਨੇ ਕਿਹਾ ਹੈ ਕਿ ਇਹ ਵਿਗਿਆਨ, ਕਾਰੋਬਾਰ ਅਤੇ ਸਿਹਤ ਦੇਖਭਾਲ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਕਾਲੇ ਮੂਲ ਦੇ ਵਿਦਿਆਰਥੀਆਂ ਦੇ ਲਈ ਕਾਲਜ ਸਕਾਲਰਸ਼ਿਪ ਦਾ ਵੀ ਪ੍ਰਬੰਧ ਕਰੇਗੀ। ਇਸ ਕੰਪਨੀ ਦੇ ਵਧੀਆ ਕੰਮਾਂ ਨੇ ਪਿਛਲੇ ਦਹਾਕੇ ਦੌਰਾਨ ਬਹੁਤ ਵਧੀਆ ਪ੍ਰਭਾਵ ਪਾਇਆ ਸੀ, ਪਰ ਕੰਪਨੀ ਦੀ ਨੌਕਰੀ ਅਤੇ ਸਕਾਲਰਸ਼ਿਪ ਦੀ ਪਹਿਲਕਦਮੀ ਨੇ ਅਬਜ਼ਰਵਰਾਂ ਤੋਂ ਪ੍ਰਸ਼ੰਸਾ ਹਾਸਲ ਕੀਤੀ। ਇਸ ਸਬੰਧ ਵਿੱਚ ਨਿਊ ਜਰਸੀ ਦੇ ਅਫਰੀਕਨ ਅਮਰੀਕੀ ਚੈਂਬਰ ਆਫ ਕਮਰਸ ਦੇ ਪ੍ਰਧਾਨ ਨੇ ਇਹ ਬਹੁਤ ਕਿਹਾ ਕਿ ਵਧੀਆ ਖਬਰ ਹੈ। ਦੱਖਣੀ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਦੁਨੀਆ ਭਰ ਦੀ ਸਭ ਤੋਂ ਸਖਤ ਤਾਲਾਬੰਦੀ ਕੀਤੀ ਗਈ ਹੈ। ਨਿਯਮਾਂ ਦੇ ਤਹਿਤ ਘਰ ਤੋਂ ਸਿਰਫ ਇੱਕ ਵਿਅਕਤੀ ਹੀ ਬਾਹਰ ਨਿਕਲ ਸਕੇਗਾ। ਸਟੀਵਨ ਮਾਰਸ਼ਲ ਦੇ ਵੱਲੋਂ ਦੇਸ਼ ਦੇ ਵਿੱਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਇਹ ਫੈਸਲਾ ਲਿਆ ਗਿਆ। ਮਾਰਸ਼ਲ ਦੇ ਵੱਲੋਂ ਜਿਹੜੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਉਹ ਕਾਫੀ ਜ਼ਿਆਦਾ ਵੱਖਰੇ ਨੇ। ਉਹਨਾਂ ਦੇ ਤਹਿਤ ਐਕਸਰਸਾਈਜ਼ ਅਤੇ ਕੁੱਤਾ ਕਮਾਉਣ ਦੇ ਲਈ ਸਿਰਫ ਇੱਕ ਵਿਅਕਤੀ ਹੀ ਘਰ ਤੋਂ ਬਾਹਰ ਜਾ ਸਕੇਗਾ। ਕੋਵਿਡ-19 ਇਨਫੈਕਸ਼ਨ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਇਸ ਤਾਲਾਬੰਦੀ ਨੂੰ ਲਗਾਇਆ ਗਿਆ। ਅਗਲੇ 6 ਦਿਨਾਂ ਤੱਕ ਇਹ ਨਿਯਮ ਵੈਧ ਰਹਿਣਗੇ ਅਤੇ ਘਰ ਦਾ ਸਿਰਫ ਇੱਕ ਹੀ ਮੈਂਬਰ ਕਿਤੇ ਆ ਜਾ ਸਕੇਗਾ, ਉਹ ਵੀ ਸਿਰਫ ਜ਼ਰੂਰੀ ਕੰਮ ਦੇ ਲਈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕੋਰੋਨਾ ਮਹਾਮਾਰੀ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਹੋਵੇਗਾ। ਦੇਸ਼ ਭਰ ਦੇ ਵਿੱਚ ਮਾਮਲਿਆਂ ਦੀ ਗਿਣਤੀ ਵਿੱਚ ਫਿਰ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਵਾਇਰਸ ਦੇ ਮਾਮਲੇ 11 ਮਿਲੀਅਨ ਤੋਂ ਵੱਧ ਅਤੇ 25 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਬਿਜ਼ਨਸ ਦੇ ਵਿੱਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਦਾ ਹੋਇਆ ਫਾਇਦਾ, ਕਿਸ ਦਾ ਹੋਇਆ ਨੁਕਸਾਨ, ਜਾਣਦੇ ਹਾਂ ਬਿਜ਼ਨਸ ਰਿਪੋਰਟ ਦੇ ਵਿੱਚ। ਨਿੱਜੀ ਖੇਤਰ ਦੇ ICICI ਬੈਂਕ ਨੇ ਖਾਤਾਧਾਰਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਕਿਸ਼ਤਾਂ ਤੇ ਮੋਬਾਈਲ ਜਾਂ ਫਿਰ ਮਾਈਕ੍ਰੋਵੇਵ ਵਰਗੇ ਇਲੈਕਟ੍ਰੋਨਿਕ ਸਮਾਨ ਨੂੰ ਖਰੀਦਣ ਦੇ ਲਈ ਜਾਂ ਵਾਲਮਾਰਟ ਦੀ ਜ਼ਰੂਰਤ ਨਹੀਂ ਪਵੇਗੀ। ICICI ਬੈਂਕ ਨੇ ਕਾਰਡਲੈਸ EMI ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਿਰਫ ਬੈਂਕ ਦਾ ਰਜਿਸਟਰਡ ਮੋਬਾਈਲ ਨੰਬਰ ਅਤੇ ਪੈਨ ਦੀ ਵਰਤੋਂ ਦੇ ਨਾਲ ਹੀ ਆਪਣੀ ਖਰੀਦ ਨੂੰ ਰਿਟੇਲ ਸਟੋਰ ਤੇ EMI 'ਚ ਤਬਦੀਲ ਕੀਤਾ ਜਾ ਸਕੇਗਾ। ICICI ਬੈਂਕ ਨੇ ਇਸ ਸਹੂਲਤ ਦੇਣ ਦੇ ਲਈ ਪਲਾਨ ਲੈਬਸ ਦੇ ਨਾਲ ਸਮਝੌਤਾ ਕੀਤਾ ਅਤੇ ਗ੍ਰਾਹਕ ਕਾਰਡਲੈਸ EMI ਸੁਵਿਧਾ ਦਾ ਇਸਤੇਮਾਲ ਕਰੋਮਾ, ਰਿਲਾਇੰਸ ਡਿਜੀਟਲ, ਮਾਈ ਜੀਓ ਐਪ ਵਰਗੇ ਰਿਟੇਲਰਾਂ ਤੇ ਪਰਚੂਨ ਸਟੋਰਾਂ ਤੋਂ ਵੀ ਕਰ ਸਕਣਗੇ। ਭਾਰਤ ਕੋਵਿਡ-19 ਟੀਕੇ ਦੇ ਲਈ ਫਾਈਜ਼ਰ ਨਾਲ ਸੰਪਰਕ ਦੇ ਵਿੱਚ ਆਇਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਡਾਇਰੈਕਟਰ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਸਾਹਮਣੇ ਦੋ ਚੁਣੌਤੀਆਂ ਹਨ, ਇੱਕ ਟ੍ਰਾਂਸਮਿਸ਼ਨ ਚੇਨ ਤੋੜਨਾ, ਦੂਸਰਾ ਸਾਰਿਆਂ ਦਾ ਟੀਚਾ ਉਪਲਬਧ ਕਰਵਾਉਣਾ। ਪਿਛਲੇ ਦਿਨੀ ਫਾਈਜ਼ਰ ਬਾਇਓਟੈਕ ਅਤੇ ਮੋਡੇਰਨਾ ਅਤੇ ਸਕਾਰਾਤਮਕ ਖਬਰਾਂ ਆਉਣ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਉਹ ਕਾਫੀ ਉਤਸ਼ਾਹਿਤ ਨੇ ਇਸ ਨਵੇਂ ਵੈਕਸੀਨ ਨੂੰ ਲੈ ਕੇ। ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇੰਕ ਅਤੇ ਉਸਦੇ ਜਰਮਨ ਭਾਈਵਾਲ ਮਾਈਕਰੋਟੈਕ ਨੇ ਕਿਹਾ ਹੈ ਕਿ ਉਹਨਾਂ ਦਾ ਕੋਰੋਨਾ ਵਾਇਰਸ ਦਾ ਟੀਕਾ ਅੰਤ ਪੜਾਅ ਦੇ 95% ਪ੍ਰਭਾਵਸ਼ਾਲੀ ਰਿਹਾ ਹੈ ਅਤੇ ਇਸ ਟ੍ਰਾਇਲ ਦੇ ਵਿੱਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਕਾਰੋਬਾਰ ਨੂੰ ਮੁੜ ਲੀਹ ਤੇ ਪਾਉਣ ਦੇ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਜ਼ੋਮੈਟੋ ਨੇ ਵੱਡੇ ਪੱਧਰ ਤੇ ਟੇਕ ਅਵੇ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਸਰਵਿਸ ਦੇ ਜ਼ਰੀਏ ਗ੍ਰਾਹਕ ਜ਼ੋਮੈਟੋ ਐਪ ਤੋਂ ਭੋਜਨ ਮੰਗਵਾ ਸਕਦੇ ਨੇ ਅਤੇ ਖੁਦ ਵੀ ਆਪਣੇ ਆਪ ਆਰਡਰ ਪਿਕ ਕਰ ਸਕਦੇ ਨੇ। ਇਸ ਸਰਵਿਸ ਜ਼ਰੀਏ ਆਰਡਰ ਕਰਨ ਤੇ ਭੋਜਨ ਦੀ ਸਪੁਰਦਗੀ ਜ਼ੋਮੈਟੋ ਦਾ ਡਿਲੀਵਰੀ ਬੁਆਏ ਨਹੀਂ ਕਰੇਗਾ, ਸਗੋਂ ਗ੍ਰਾਹਕ ਆਪਣਾ ਆਰਡਰ ਖੁਦ ਲੈਣਗੇ।
ਹੁਣ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਤੇ ਵੱਲ। ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਘਰ ਦੇ ਵਿੱਚ ਨਵੇਂ ਮੈਂਬਰ ਦੇ ਸਵਾਗਤ ਦੀ ਤਿਆਰੀ ਕਰ ਰਹੇ ਨੇ। ਕਪਿਲ ਬਹੁਤ ਜਲਦੀ ਹੀ ਦੂਸਰੇ ਬੱਚੇ ਦੇ ਪਿਤਾ ਬਣਨ ਜਾ ਰਹੇ ਨੇ। ਉਹਨਾਂ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ ਤੇ ਉਮੀਦ ਹੈ ਕਿ ਉਹਨਾਂ ਦੇ ਘਰ ਜਨਵਰੀ 2021 ਚ ਬੱਚੇ ਦੀਆਂ ਕਿਲਕਾਰੀਆਂ ਗੂੰਜ ਸਕਦੀਆਂ ਨੇ। ਕਪਿਲ ਸ਼ਰਮਾ ਦੀ ਮਾਂ ਗਿੰਨੀ ਦੀ ਦੇਖਭਾਲ ਦੇ ਲਈ ਮੁੰਬਈ ਪਹੁੰਚ ਗਈ ਹੈ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰ ਤਾਪਸੀ ਪੰਨੂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਇਸ ਵਾਰ ਉਹ ਜੁਰਮਾਨਾ ਭਰਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ। ਤਾਪਸੀ ਪੰਨੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਦੁਨੀਆ ਭਰ ਦੇ ਵਿਗਿਆਨੀ ਅਸਰਦਾਰ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਨੇ। ਵੈਕਸੀਨ ਨੂੰ ਜਲਦ ਬਣਾਉਣ ਦੇ ਲਈ ਕਈ ਦਿਗਜਾਂ ਨੇ ਆਰਥਿਕ ਮਦਦ ਕੀਤੀ ਹੈ। ਇਸ ਦੌਰਾਨ ਹਾਲੀਵੁੱਡ ਦੀ ਅਦਾਕਾਰਾ ਡੌਲੀ ਪਾਰਟਨਰ ਦੇ ਵੱਲੋਂ ਕੋਰੋਨਾ ਦੀ ਵੈਕਸੀਨ ਬਣਾਉਣ ਦੇ ਲਈ ਫੰਡਿੰਗ ਦੇਣ ਦੀ ਖਬਰ ਸਾਹਮਣੇ ਆਈ ਹੈ। ਦੱਸੀਏ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਡੋਲੀ ਨੇ ਵੈਂਡਰਬਿਲਟ ਯੂਨੀਵਰਸਿਟੀ ਦੀ ਕੋਰੋਨਾ ਵਾਇਰਸ ਰਿਸਰਚ ਫੰਡ ਦੇ ਲਈ ਆਰਥਿਕ ਮਦਦ ਕੀਤੀ ਸੀ। ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨ ਹਾਲੇ ਵੀ ਉਹਨਾਂ ਦੀ ਮੌਤ ਤੋਂ ਉੱਭਰ ਨਹੀਂ ਸਕੇ। ਇਸ ਵਿਚਕਾਰ ਹੁਣ ਸੁਸ਼ਾਂਤ ਦੇ ਫੈਨ ਰਣਵੀਰ ਸਿੰਘ ਦੀ ਨਵੀਂ ਐਡ ਤੋਂ ਉਹ ਨਾਰਾਜ਼ ਹੋ ਗਏ ਨੇ। ਰਣਵੀਰ ਸਿੰਘ ਦੇ ਇਸ ਨਵੇਂ ਐਡ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਦੇ ਫੈਨਸ ਨੇ ਰਣਵੀਰ ਸਿੰਘ ਨੂੰ ਟਵਿੱਟਰ ਤੇ ਟੋਲ ਕਰਨਾ ਸ਼ੁਰੂ ਕਰ ਦਿੱਤਾ। ਰਣਵੀਰ ਸਿੰਘ ਦਾ ਇਹ ਐਡ ਬਿੰਗੋ ਮੈਡ ਐਂਗਲਸ ਦੇ ਲਈ ਸੀ ਜਿਸ ਦੇ ਵਿੱਚ ਸੁਸ਼ਾਂਤ ਦੇ ਫੈਨਸ ਨੇ ਦੋਸ਼ ਲਗਾਏ ਨੇ ਕਿ ਇਸ ਜ਼ਰੀਏ ਸੁਸ਼ਾਂਤ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਦਾ। ਲਿਵਰਪੂਲ ਅਤੇ ਸਟ੍ਰਾਈਕਰ ਮੁਹੰਮਦ ਸਾਰਾਨਾ ਦੇ ਕਲੱਬ ਦੇ ਅਗਲੇ ਪ੍ਰੀਮੀਅਰ ਲੀਗ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਦੂਸਰੀ ਵਾਰ ਕੋਰੋਨਾ ਪੋਜ਼ਿਟਿਵ ਪਾਏ ਗਏ। ਸਲਾਹ ਦੇ ਵਿੱਚ ਹਲਕੇ ਲੱਛਣ ਨਜ਼ਰ ਆ ਰਹੇ ਸਨ ਅਤੇ ਉਸ ਨੂੰ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ। ਇਸ ਤੋਂ ਪਹਿਲਾਂ ਉਹ ਕਾਹਿਰਾ ਦੇ ਹੋਟਲ ਦੇ ਵਿੱਚ ਇਕਾਂਤਵਾਸ ਸੀ। ਸਾਊਥ ਅਫਰੀਕਾ ਕੱਪ ਆਫ ਨੇਸ਼ਨ ਕੁਆਲੀਫਾਇਰ ਦੇ ਵਿੱਚ ਟੈਗੋ ਖਿਲਾਫ ਮੈਚ ਤੇ ਪੁਰਬਲੀ ਸ਼ਾਮ ਨੂੰ ਪਹਿਲੀ ਵਾਰ ਪੋਜ਼ਿਟਿਵ ਪਾਏ ਗਏ। ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਅਤੇ ਮਿਸਟਰ 360 ਡਿਗਰੀ ਦੇ ਨਾਮ ਦੇ ਨਾਲ ਮਸ਼ਹੂਰ ਏਬੀ ਡਿਵਿਲੀਅਰਸ ਤੀਜੀ ਵਾਰ ਪਿਤਾ ਬਣ ਗਏ ਨੇ। IPL 2020 ਤੋਂ ਬਾਅਦ ਸਾਊਥ ਅਫਰੀਕਾ ਪਹੁੰਚੇ ਹੀ ਏਬੀ ਡਿਵਿਲੀਅਰਸ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। IPL 2020 ਦੇ ਵਿੱਚ ਡਿਵਿਲੀਅਰਸ ਵਿਰਾਟ ਕੋਹਲੀ ਦੀ ਟੀਮ ਦੇ ਵਿੱਚ ਖੇਡਦੇ ਨਜ਼ਰ ਆਉਣਗੇ। ਡਿਵਿਲੀਅਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਪ੍ਰਸ਼ੰਸਕਾਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਹੈ। ਏਬੀ ਡਿਵਿਲੀਅਰਸ ਅਤੇ ਉਹਨਾਂ ਦੀ ਪਤਨੀ ਡੈਨੀਅਲ ਡਿਵਿਲੀਅਰਸ ਨੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕੀਤੀ ਹੈ। ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ICC ਨੇ ਇਹ ਫੈਸਲਾ ਕੀਤਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਫਾਈਨਲ ਦੇ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਅੰਕਾਂ ਤੇ ਪ੍ਰਤੀਸ਼ਤ ਦੇ ਆਧਾਰ ਤੇ ਲਿਆ ਜਾਵੇਗਾ। ਇਸ ਫੈਸਲੇ ਨਾਲ ਜਿੱਥੇ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਆਸਟ੍ਰੇਲੀਆ ਟੀਮ ਟੌਪ ਰੈਂਕਿੰਗ ਦੇ ਵਿੱਚ ਪਹੁੰਚ ਗਈ ਹੈ। ਦਰਅਸਲ ICC ਨੇ ਟੀਮਾਂ ਦੇ ਮੈਚਾਂ 'ਚ ਮਿਲੀ ਜਿੱਤ ਦੇ ਅੰਕਾਂ ਦੀ ਔਸਤ ਕੱਢੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਹੁਣ ਲਿਆ ਜਾਵੇਗਾ। ਫਟਾਫਟ 100 ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।